नमस्ते दोस्तों, जय श्री राम, जय हिंद। किदां भी मेरे सारे वीर ठीक ठाक ने। आ जाओ अज गल करते हैं पंजाबी भाषा ते। पंजाब दे हिंदुआं नूं बहुत वार कहा जाता है कि जिहड़ा पंजाब दा हिंदू आ वो गद्दार आ। पंजाब दे हिंदू ने अपनी भाषा पंजाबी नहीं लिखवाई, उन्हें पंजाबी भाषा नाल गद्दारी की। इदां दे जिहड़े सवाल हुंदे आ, फिर जिहड़ा साडा हिंदू भरा हैगा वा वो जवाब नहीं दे पांदा। ते बहुत जरूरी आ, बहुत वधिया विशा हैगा वा, नाले कुछ चीज़ां जानन नूं मिलूगियां। इहदे मैं 2 पार्ट बनाऊंगा। पहले पार्ट च अज 1947 तो पहला दियां मैं चीज़ां कवर कर दूंगा, ताकि थोड़ा एक ना बेस बन जाए, समझ लग जाए कि प्रॉब्लम की आ, जड़ की आ। उस तो बाद जिहड़ा अगला पार्ट होऊगा ਉਹਦੇ ਵਿੱਚ 1947 ਤੋਂ ਬਾਅਦ ਦੀ ਜਿਹੜੀ ਸਾਡੀ ਮੁਹਿੰਮ ਰਹੀ ਆ ਹਿੰਦੀ ਪੰਜਾਬੀ ਦੀ ਭਾਸ਼ਾ ਦੀ, ਉਹਦੇ ਬਾਰੇ ਗੱਲ ਕਰਾਂਗੇ। ਤੇ ਜੁੜ ਜਾਓ ਤੁਸੀਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ। 5 ਜਣੇ ਜੁੜ ਗਏ ਆ। ਅਰਜੁਨ ਬਖਸ਼ੀ ਵੀਰੇ, ਵਧੀਆ ਵੀਰੇ, ਮੈਂ ਬਹੁਤ ਵਧੀਆ। ਤੁਸੀਂ ਸੁਣਾਓ ਕਿਦਾਂ, ਠੀਕ ਠਾਕ? ਤੇ ਸ਼ੁਰੂ ਕਰਦੇ ਹਾਂ। ਥੋੜਾ ਜਿਹਾ ਤੁਹਾਨੂੰ ਮੈਂ ਬੈਕਗਰਾਉਂਡ ਜਿਹਾ ਦੱਸ ਦਿੰਦਾ। ਹਾਂਜੀ, ਭੂਸ਼ਣ ਮਹਿਰਾ ਵੀਰੇ, ਜੈ ਸ਼੍ਰੀ ਰਾਮ, ਕਿਦਾਂ, ਠੀਕ ਠਾਕ ਵੀਰੋ? ਜੁੜ ਜਾਓ ਤੁਸੀਂ ਫਿਰ, ਕਿਉਂਕਿ ਵਿੱਚ ਮੇਰੀ ਫਿਰ ਜਦੋਂ ਗੱਲ ਮੈਂ ਆਨਸਰ ਕਰਨ ਲੱਗ ਪੈਂਦਾ ਤਾਂ ਫਲੋ ਜਿਹਾ ਟੁੱਟ ਜਾਂਦਾ ਵਾ। ਤੁਸੀਂ ਪਹਿਲਾਂ ਥੋੜੇ ਇੱਕ ਬੰਦੇ ਆਪਣੇ ਵੀਰ ਜੁਆਇਨ ਕਰ ਲਓ, ਫਿਰ ਹੀ ਕਰਦੇ ਹਾਂ ਗੱਲ। ਚਲੋ ਸ਼ੁਰੂ ਕਰਦਾ ਮੈਂ, ਤੁਹਾਨੂੰ ਨਹੀਂ ਬਹੁਤਾ ਵੇਟ ਕਰਾਉਣੀ। ਮੈਂ ਕੁਛ ਕੁ ਨੋਟ ਬਣਾਏ ਆ, ਉਹਨਾਂ ਤੋਂ ਤੁਹਾਨੂੰ ਹੌਲੀ ਹੌਲੀ ਅੱਗੇ ਦੱਸੂਗਾ। ਹੁਣ ਪ੍ਰੋਬਲਮ ਆ ਹੋਈ ਸੀਗੀ ਜਦੋਂ ਪੂਰੇ ਦੇਸ਼ ਵਿੱਚ ਭਾਸ਼ਾ ਦੇ ਆਧਾਰ 'ਤੇ ਸਟੇਟਾਂ ਬਣਨੀਆਂ ਸ਼ੁਰੂ ਹੋਈਆਂ ਆਜ਼ਾਦੀ ਤੋਂ ਬਾਅਦ, ਤਾਂ ਪੰਜਾਬ ਤੱਕ ਜਦੋਂ ਆ ਗੱਲ ਪਹੁੰਚੀ ਤਾਂ ਪੰਜਾਬ ਵਿੱਚ ਹੁਣ ਮੁਸਲਮਾਨ ਤਾਂ ਇੰਨੇ ਸੀਗੇ ਨਹੀਂ। ਮੁਸਲਮਾਨਾਂ ਨੇ ਆਪਣਾ ਪਾਕਿਸਤਾਨ ਲੈ ਲਿਆ ਸੀਗਾ, ਅਤੇ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਜ਼ਿਆਦਾ ਸੀਗੇ, ਬਹੁਮੂਲ ਸੀਗੇ। ਹੁਣ ਹਿੰਦੂ ਦੇ ਸਿੱਖਾਂ ਵਿੱਚੋਂ ਜੇ ਅਸੀਂ ਪੈਪਸੂ ਵੀ ਮਿਲਾ ਲਈਏ ਤੇ ਬਾਕੀ ਜਿਹੜੇ ਵੀ ਹਰਿਆਣਾ ਵੀ, ਹਿਮਾਚਲ ਵੀ ਇੱਕ ਸੀ, ਸਾਰਾ ਕੁਛ ਇੱਕ ਸੀਗਾ। ਹਿੰਦੂਆਂ ਦੀ ਪੈਂਦੀ ਸੀ ਆਲਮੋਸਟ 64% ਪਰਸੈਂਟੇਜ, ਸਿੱਖਾਂ ਦੀ ਪੈਂਦੀ ਸੀਗੀ 32%, ਮਤਲਬ ਕਿ ਜਾਂ 33 ਲਾ ਲਓ, ਉਹਦੇ ਲਾਗੇ ਛਾਗੇ ਅੱਧੋ ਅੱਧਾ ਫਰਕ ਸੀਗਾ। ਤੇ ਜਦੋਂ ਹੁਣ ਵੰਡ ਹੋਣੀ ਸੀਗੀ, ਸਟੇਟਾਂ ਵੰਡੀਆਂ ਜਾਣੀਆਂ ਸੀਗੀਆਂ, ਤੇ ਮੁਹਿੰਮ ਚੱਲੀ ਸੀਗੀ ਜਿਹਦੇ ਤੋਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਲੋਕ ਹੈਗੇ ਆ ਉਹ ਪੰਜਾਬ 'ਚ ਰਹਿਣ ਵਾਲੇ ਪੰਜਾਬੀ ਲਿਖਾਉਣ। ਅਤੇ ਉਹਦੇ ਤਹਿਤ ਕਿਹਾ ਜਾਂਦਾ ਵਾ ਜਿਹੜਾ ਹਿੰਦੂ ਸੀ ਉਹਨੇ ਪੰਜਾਬੀ ਨਹੀਂ ਲਿਖਵਾਈ, ਉਹਨੇ ਹਿੰਦੀ ਲਿਖਵਾਤੀ, ਇੱਦਾਂ ਕਿਹਾ ਜਾਂਦਾ ਆ ਅਤੇ ਆ ਇਲਜ਼ਾਮ ਲੱਗਦਾ ਵਾ। ਇਹਦੇ 'ਤੇ ਗੱਲ ਮੈਂ ਅਗਲੀ ਵੀਡੀਓ 'ਚ ਕਰੂੰਗਾ। ਅਗਲੀ ਵੀਡੀਓ 'ਚ ਬਸ ਗੱਲ ਕਰੂੰਗਾ 1947 ਤੋਂ ਪਹਿਲਾਂ ਕੀ ਹੋਇਆ ਸੀਗਾ, ਜਾਂ ਪੰਜਾਬੀ ਭਾਸ਼ਾ ਦਾ ਬੈਕਗਰਾਊਂਡ ਕੀ ਆ, ਤਾਂ ਕਿ ਤੁਹਾਨੂੰ ਸਮਝ ਲੱਗ ਜਾਵੇ ਕਿ ਆਹ ਹੋਇਆ ਕੀ ਆ, ਜਾਂ ਕਿਉਂ ਜੋ ਵੀ ਪੰਜਾਬੀ ਹਿੰਦੂਆਂ ਨੇ ਉਸ ਟਾਈਮ ਕੀਤਾ ਜਾਂ ਜੋ ਵੀ ਸਿੱਖਾਂ ਨੇ ਉਸ ਟਾਈਮ ਕੀਤਾ, ਕਿਉਂ ਕੀਤਾ। ਚਲੋ ਸ਼ੁਰੂ ਕਰਦੇ ਹਾਂ। ਜਿਹੜੀ ਆ ਭਾਸ਼ਾ ਦੀ ਪ੍ਰੋਬਲਮ ਹੋਈ ਆ ਨਾ, ਭਾਸ਼ਾ ਦੀ ਪ੍ਰੋਬਲਮ ਆ ਹੋਈ ਸੀਗੀ ਕਿ ਆ ਜਿਹੜੀ ਭਾਸ਼ਾ ਹੁੰਦੀ ਆ ਉਹ ਹੁੰਦੀ ਆ ਲਿਪੀ ਤੇ ਬੋਲੀ ਦੇ ਨਾਲ, ਜਿਹੜੀ ਅਸੀਂ ਮੂੰਹ ਬੋਲਦੇ ਆ ਉਹਦੇ ਨਾਲ, ਤੇ ਲਿਪੀ ਜਿਹੜੀ ਸਕ੍ਰਿਪਟ ਜਿਹੜੀ ਅਸੀਂ ਲਿਖਦੇ ਆ। ਹੁਣ ਪੰਜਾਬੀ ਭਾਸ਼ਾ ਵਿੱਚ ਇੱਦਾਂ ਸੀਗਾ, ਜਿਹੜੀ ਪੰਜਾਬੀ ਅੱਜ ਦੀ ਡੇਟ 'ਚ ਅਸੀਂ ਯੂਜ਼ ਕਰਦੇ ਆ ਉਹਨੂੰ ਅਸੀਂ ਗੁਰਮੁਖੀ ਕਹਿੰਦੇ ਆ। ਗੁਰਮੁਖੀ ਜਿਹੜੀ ਹੈਗੀ ਆ ਉਹ ਗੁਰੂਆਂ ਦੇ ਮੁਖ ਤੋਂ ਨਿਕਲੀ ਹੋਈ ਆ। ਹੁਣ ਜਿਹੜੀ ਗੁਰੂਆਂ ਦੇ ਮੁਖ ਤੋਂ ਨਿਕਲੀ ਹੋਈ ਸੀਗੀ ਨਾ, ਉਹ ਸੀਗੀ ਪੰਜਾਬੀ ਇੱਕ ਤਰ੍ਹਾਂ ਅਸੀਂ ਕਹਿ ਲਈਏ, ਜਾਂ ਉਹਨੂੰ ਅਸੀਂ ਜੇ ਆਪਣੀ ਮਤਲਬ ਕਿ ਰੀਜਨਲ ਬੋਲੀ ਅਸੀਂ ਕੁਛ ਵੀ ਕਹਿ ਸਕਦੇ ਹਾਂ, ਉਹ ਬੋਲੀ ਸੀਗੀ। ਕਿਉਂਕਿ ਜਿਹੜੀ ਮੂੰਹ ਅਸੀਂ, ਮੈਂ ਜਿਹੜੀ ਗੱਲ ਕਰਦਾ ਮੈਂ, ਇਹਦੀ ਅਸਲ 'ਚ ਕੋਈ ਸਕ੍ਰਿਪਟ ਨਹੀਂ ਹੈਗੀ। ਜੇ ਕੋਈ ਮੁਸਲਮਾਨ ਇਹਨੂੰ ਲਿਖੂਗਾ ਪਾਕਿਸਤਾਨ ਵਾਲਾ, ਉਹ ਆਪਣੀ ਉਰਦੂ ਸਟਾਈਲ 'ਚ ਲਿਖ ਦੂਗਾ ਪੰਜਾਬੀ ਨੂੰ। ਜੇ ਕੋਈ ਦੇਵਨਾਗਰੀ ਲਿਖਣ ਵਾਲਾ ਹੋਊਗਾ ਉਹ ਸੇਮ ਚੀਜ਼ ਨੂੰ ਆਪਣੀ ਭਾਸ਼ਾ 'ਚ ਲਿਖ ਦੂਗਾ, ਅਤੇ ਅਸੀਂ ਇੰਗਲਿਸ਼ ਵੀ ਲਿਖਦੇ ਨਹੀਂ। ਕੋਈ ਸਕ੍ਰਿਪਟ ਨਹੀਂ ਹੈਗੀ, ਜਸਟ ਮੈਂ ਮੂੰਹ ਬੋਲਦਾ ਪਿਆ ਵਾਂ। ਮੈਂ ਲਿਖਣਾ ਹੋਊਗਾ ਮੈਂ ਗੁਰਮੁਖੀ 'ਚ ਲਿਖੂੰਗਾ। ਅਤੇ ਉਸ ਤੋਂ ਬਾਅਦ ਗੁਰੂਆਂ ਨੇ ਲੰਡੇ ਲਿਪੀ ਤੋਂ ਲੈ ਕੇ, ਗੁਰੂ ਅੰਗਦ ਦੇਵ ਜੀ ਨੇ ਲੰਡੇ ਲਿਪੀ ਹੋ ਗਈ, ਮਹਾਜਨੀ ਲਿਪੀ ਹੋ ਗਈ, ਕਸ਼ਮੀਰੀ ਲਿਪੀ ਹੋ ਗਈ, ਆਹ ਸਾਰਿਆਂ ਦਾ ਸੁਮੇਲ ਕਰਕੇ ਗੁਰਮੁਖੀ ਤਿਆਰ ਕੀਤੀ। ਉਹ ਜਿਹੜੇ ਕਿ ਗੁਰਮੁਖੀ ਦੇ ਹੁਣ ਅਸੀਂ ਦੇਖਦੇ ਹਾਂ ਕਿ ਉਹਦੇ ਜਿਹੜੇ ਉਹਨਾਂ ਨੂੰ ਅਲਫਾਬੈਟਸ ਕਹਿ ਲਈਏ ਅਸੀਂ, ਮੈਨੂੰ ਪੰਜਾਬੀ 'ਚ ਵਰਡ ਨਹੀਂ ਪਤਾ ਸਹੀ ਕਿ ਕੀ ਉਹਨੂੰ ਯੂਜ਼ ਕਰਦੇ ਆ, ਪਰ ਜਿਹੜੇ ਵੀ ਉਹਦੇ ਅੱਖਰ ਹੁੰਦੇ ਆ ਉਹ ਸਾਰੇ ਦੇ ਸਾਰੇ ਹੀ ਪਹਿਲਾਂ ਹੀ ਸਾਡੇ ਕੋਲ ਸੀਗੇ। ਹੁਣ ਗੁਰੂਆਂ ਨੇ ਉਹਨੂੰ ਸੁਮੇਲ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤਾ, ਪਰ ਉਹਦੇ ਤੋਂ ਪਹਿਲਾਂ ਜਿਹੜੀ ਗੁਰਮੁਖੀ ਸੀਗੀ
ਗੁਰੂਆਂ ਦੇ ਮੁੱਖ ਤੋਂ ਜਿਹੜੀ ਬੋਲੀ ਜਾਂਦੀ ਸੀਗੀ ਬੋਲੀ, ਉਹ ਅਸਲ ਵਿੱਚ ਹਿੰਦੂ ਹੀ ਪਹਿਲਾਂ ਬੋਲਦੇ ਸੀਗੇ। ਜਦੋਂ ਅਸੀਂ ਕਹਿੰਦੇ ਆ ਨਾ ਪੰਜਾਬੀ ਬੋਲੀ ਹਿੰਦੂਆਂ ਦੀ ਨਹੀਂ ਹੈਗੀ, ਜਾਂ ਕੋਈ ਸਾਨੂੰ ਜਿੱਦਾਂ ਟੋਂਚ ਕਰਕੇ ਕਹਿੰਦਾ ਹਿੰਦੂਆਂ ਨੇ ਗੱਦਾਰੀ ਕੀਤੀ ਆ, ਅਸਲ ਵਿੱਚ ਆਹ ਜਿਹੜੀ ਬੋਲੀ ਆ ਹਿੰਦੂਆਂ, ਕਿਉਂਕਿ ਜਿਹੜੇ ਮਹਿਤਾ ਕਾਲੂ ਜੀ ਸੀਗੇ ਉਹ ਵੀ ਆਹੀ ਬੋਲੀ, ਪੁਰਾਣੇ ਸਮੇਂ ਦੀ ਜਿਹੜੀ ਪੰਜਾਬੀ ਬੋਲੀ ਕਹਿ ਲਓ, ਉਹ ਬੋਲਦੇ ਹੁੰਦੇ ਸੀਗੇ। ਜਾਂ ਜਿਹੜੇ ਬਾਕੀ ਹੋਰ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਰਹੇ ਆ, ਜਾਂ ਅਸੀਂ ਉਹਨਾਂ ਨੂੰ ਜੇ ਕਹਿ ਲਈਏ ਕਿ ਨਾਥ ਪੱਧਤੀ ਜਿਹੜੇ ਸਾਡੇ ਸੀਗੇ ਜੋਗੀ ਜਾਂ ਸਾਰੇ, ਉਹ ਵੀ ਆਹੀ ਭਾਸ਼ਾ ਬੋਲਦੇ ਸੀਗੇ। ਤਾਂ ਆਹ ਭਾਸ਼ਾ ਹਿੰਦੂਆਂ ਦੀ ਬਹੁਤ ਪੁਰਾਣੀ ਭਾਸ਼ਾ ਆ ਬੋਲਣ ਵਿੱਚ, ਜਿਹੜੀ ਮੁੱਖ ਤੋਂ ਬੋਲੀ ਜਾਂਦੀ ਆ। ਪਰ ਇੱਥੇ ਹੁਣ ਗੱਲ ਆਉਂਦੀ ਆ ਕਿ ਜਿਹੜੀ ਸਕ੍ਰਿਪਟ ਆ, ਜਿਹੜੀ ਲਿਪੀ ਹੈਗੀ ਲਿਖਣ ਵਿੱਚ, ਉਹ ਕਿਹੜੀ ਹੋਵੇ। ਮੇਨ ਪ੍ਰੋਬਲਮ ਆ ਸੀਗੀ ਬੋਲਣ ਨੂੰ। ਅੱਜ ਮੈਂ ਵੀ ਤੁਹਾਡੇ ਨਾਲ ਪੰਜਾਬੀ 'ਚ ਹੀ ਗੱਲ ਕਰ ਰਿਹਾ ਵਾਂ, ਤੁਸੀਂ ਕਿਸੇ ਪੰਜਾਬੀ ਹਿੰਦੂ ਨਾਲ ਗੱਲ ਕਰੋਗੇ ਨਾ, ਤੁਸੀਂ ਪੰਜਾਬੀ ਵਿੱਚ ਹੀ ਗੱਲ ਕਰੋਗੇ, ਤੁਸੀਂ ਆਪਸ 'ਚ ਹਿੰਦੀ 'ਚ ਨਹੀਂ ਗੱਲ ਕਰੋਗੇ ਕਦੀ ਵੀ, ਕਿਉਂਕਿ ਉਹ ਤੁਹਾਡੀ ਬੋਲੀ ਆ। ਪੰਜਾਬੀ ਅਸੀਂ ਬੋਲੀ ਕਿਹਾ, ਅਸੀਂ ਬੋਲੀ ਕਹਿੰਦੇ, ਪੰਜਾਬੀ ਨੂੰ ਭਾਸ਼ਾ ਵੀ ਨਹੀਂ ਹੱਲੇ ਵੀ ਸੀ ਨਾ। ਜਦੋਂ ਤੁਸੀਂ ਕਹਿੰਦੇ ਹੋ ਨਾ, ਤੁਸੀਂ ਕਹਿੰਦੇ ਹੋ ਯਾਰ ਮੇਰੀ ਪੰਜਾਬੀ ਬੋਲੀ ਆ, ਤੁਸੀਂ ਕਦੀ ਪੰਜਾਬੀ ਭਾਸ਼ਾ ਨਹੀਂ ਕਹਿੰਦੇ, ਕਿਉਂਕਿ ਜਿਹੜੇ ਸਾਡੇ ਮੁੱਖ ਤੌਰ ਤੇ ਜਿਹੜਾ ਪਹਿਲਾਂ ਤੋਂ ਚੱਲਿਆ ਆਉਂਦਾ ਵਾ, ਇਹਦੇ ਵਿੱਚ ਜਿਹੜੀ ਸਕ੍ਰਿਪਟ ਆ ਉਹ ਦੇਵਨਾਗਰੀ ਆ। ਤੇ ਜਿਹੜੀ ਹੁਣ ਅਸੀਂ ਆਉਂਦੇ ਹਾਂ ਗੁਰਮੁਖੀ ਤੇ, ਗੁਰਮੁਖੀ ਦੀ ਜਿਹੜੀ ਸਕ੍ਰਿਪਟ ਸੀਗੀ ਨਾ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤੱਕ ਵੀ ਉਹ ਨਹੀਂ ਯੂਜ਼ ਕੀਤੀ ਜਾਂਦੀ ਸੀ, ਉਹ ਫਾਰਸੀ ਯੂਜ਼ ਕੀਤੀ ਜਾਂਦੀ ਸੀਗੀ। ਤੇ ਜਦੋਂ ਗੁਰੂ ਸਾਹਿਬ ਦਾ ਟਾਈਮ ਸੀਗਾ ਨਾ, ਉਸ ਟਾਈਮ ਤੱਕ ਵੀ ਦੇਵਨਾਗਰੀ ਨੂੰ ਜਾਂ ਫਾਰਸੀ ਨੂੰ ਤਵੱਜੋ ਦਿੱਤੀ ਜਾਂਦੀ ਸੀਗੀ। ਤੇ ਇਹਦੇ ਮੈਂ ਤੁਹਾਨੂੰ ਥੋੜੇ ਅੱਗੇ ਦੱਸਦਾ ਵਾਂ ਕਿ ਇਹਦਾ ਇਤਿਹਾਸ ਆ। ਅੱਜ ਦਾ ਲੰਡੇ ਲਿਪੀ ਤੋਂ ਲਿੱਤੀ ਗਈ, ਇਹਨੂੰ ਪੱਛਮੀ ਹਿੰਦੀ ਵੀ ਕਹਿੰਦੇ ਆ। ਪੱਛਮੀ ਹਿੰਦੀ ਜਦੋਂ ਤੁਸੀਂ ਸਰਚ ਕਰੋਗੇ ਤੁਹਾਨੂੰ ਲੰਡੇ ਲਿਪੀ ਦਾ ਸਾਰਾ ਕੁਛ ਮਿਲ ਜੂਗਾ। ਤੇ ਨਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਨਮ ਪੱਤਰੀ ਆ ਨਾ, ਉਹ ਦੇਵਨਾਗਰੀ ਹਿੰਦੀ ਵਿੱਚ ਲਿਖੀ ਗਈ ਆ। ਤੇ ਬਾਅਦ ਚ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਬਦਲ ਕੇ ਗੁਰਮੁਖੀ ਵਿੱਚ ਕਰਤਾ ਸੀਗਾ, ਸੇਮ ਟੂ ਸੇਮ ਜਿਹੜੇ ਵਰਡਸ ਸੀਗੇ। ਤੇ ਅਕਬਰ ਦੇ ਟਾਈਮ ਤੋਂ ਪਹਿਲਾਂ ਨਾ, ਉਹਦੇ ਅਕਬਰ ਦੇ ਟਾਈਮ 'ਚ ਕਿ ਟੋਡਰਮਲ ਨਾਮ ਦਾ ਉਹਦਾ ਮੰਤਰੀ ਹੁੰਦਾ ਸੀਗਾ, ਉਹਨੇ ਕਹਿਤਾ ਸੀਗਾ ਜਿਹੜੇ ਓਫੀਸ਼ੀਅਲਸ ਹੋਊਗੇ ਨਾ, ਜਿੰਨੇ ਵੀ ਹੁਣ ਤੋਂ ਓਫੀਸ਼ੀਅਲਸ ਫਾਰਸੀ ਭਾਸ਼ਾ ਯੂਜ਼ ਕਰੂਗੇ, ਫਾਰਸੀ ਭਾਸ਼ਾ ਵਿੱਚ ਆਪਣੀਆਂ ਚੀਜ਼ਾਂ ਲਿਖੂਗੇ। ਤੇ ਉਸ ਤੋਂ ਬਾਅਦ ਫਾਰਸੀ ਭਾਸ਼ਾ ਹੋ ਗਈ ਸਾਡੀ, ਇੱਦਾਂ ਕਿ ਅਸੀਂ ਫਾਰਸੀ ਭਾਸ਼ਾ ਨੂੰ ਜਿੱਦਾਂ ਅਡੋਪਟ ਕਰ ਲਿਆ। ਪਰ ਉਹਦੇ ਤੋਂ ਪਹਿਲਾਂ ਜਦੋਂ ਸਾਨੂੰ ਕਿਹਾ ਜਾਂਦਾ ਵਾ ਕਿ ਭਾਸ਼ਾ ਨਹੀਂ ਸੀਗੀ ਜਾਂ ਹਿੰਦੀ ਨਹੀਂ ਸੀਗੀ, ਇੱਦਾਂ ਕੁਛ ਵੀ, ਤੁਸੀਂ ਸਾਡੀ ਰਾਮਚਰਿਤ ਮਾਨਸ ਪੜ੍ਹ ਸਕਦੇ ਆ, ਜੋ ਕਿ 550 ਸਾਲ ਦੇ ਕਰੀਬ ਪਹਿਲਾਂ ਲਿਖੀ ਸੀਗੀ ਸਾਡੇ ਤੁਲਸੀਦਾਸ ਜੀ ਨੇ। ਤੇ ਤੁਲਸੀਦਾਸ ਜੀ ਨੇ ਉਹਦੇ ਵਿੱਚ ਹਿੰਦੀ ਭਾਸ਼ਾ ਦੇ ਦੇਵਨਾਗਰੀ ਹੀ ਯੂਜ਼ ਕੀਤੀ ਹੋਈ ਆ। ਪਰ ਉੱਦਾਂ ਉਹਨੂੰ ਚਾਹੇ ਅਸੀਂ ਅਵਧੀ ਕਹਿ ਦਈਏ, ਜੋ ਮਰਜ਼ੀ ਕਹਿ ਦਈਏ, ਪਰ ਉਹਦਾ ਜਿਹੜਾ ਮੇਨ ਬੇਸ ਪੁਆਇੰਟ ਹੈਗਾ ਵਾ ਉਹ ਦੇਵਨਾਗਰੀ ਹੀ ਹੈਗਾ ਵਾ। ਤੇ ਉਸ ਤੋਂ ਬਾਅਦ ਹੀਰ ਆਂਦੀ ਆ। ਹੀਰ ਲਿਖੀ ਗਈ ਸੀਗੀ, ਇੱਕ ਤਾਂ ਹੀਰ ਲਿਖੀ ਆ ਵਾਰਸ਼ਾਹ ਨੇ, ਇੱਕ ਹੀਰ ਲਿਖੀ ਆ ਲਹਿੰਦੀ ਪੰਜਾਬੀ ਵਿੱਚ, ਜਾਂ ਜਿਹਨੂੰ ਝਾਂਗੀ ਪੰਜਾਬੀ ਵੀ ਕਹਿ ਸਕਦੇ ਆ। ਉਹਦੇ ਵਿੱਚ ਲਿਖੀ ਆ ਦਾਮੋਦਰ ਦਾਸ ਅਰੋੜਾ ਨੇ। ਦਾਮੋਦਰ ਦਾਸ ਅਰੋੜਾ ਬਹੁਤ ਪੁਰਾਣੇ ਆ, ਹੀਰ ਦੇ ਸਮੇਂ ਦੇ, ਉਹ ਆਪਣੇ ਆਪ ਨੂੰ ਕਲੇਮ ਕਰਦੇ ਆ ਕਿ ਮੈਂ ਹੀਰ ਦੇ ਸਮੇਂ ਦਾ ਹੈਗਾ ਆ, ਉਹਨਾਂ ਨੇ ਲਿਖੀ ਆ। ਤੇ ਉਸ ਤੋਂ ਬਾਅਦ ਅਸੀਂ ਜਦੋਂ ਹੁਣ 47 ਤੋਂ ਪਹਿਲਾਂ ਦਾ ਦੇਖਦੇ ਆ ਨਾ, ਤੁਸੀਂ ਈਵਨ ਕਿ ਦੇਖੋਗੇ ਜਿਹੜੇ ਸਾਡੇ ਵੱਡੇ ਬਜ਼ੁਰਗ ਸੀਗੇ ਨਾ, ਦਾਦੇ ਹੋਰੀ ਜਾਂ ਹੋਰ ਸਾਰੇ, ਉਹ ਸਾਰੇ ਈਵਨ ਕਿ ਉਹਨਾਂ ਕੋਲ ਸ਼ਾਇਦ ਪਈਆਂ ਹੁਣ ਜਪਜੀ ਸਾਹਿਬ, ਸੁਖਮਨੀ ਸਾਹਿਬ, ਆਹ ਸਾਰੇ ਜਿਹੜੇ ਪਾਠ ਵੀ ਹੋਊਗੇ ਉਹ ਵੀ ਸਾਰੇ ਤੁਹਾਨੂੰ ਫਾਰਸੀ ਵਿੱਚ ਮਿਲੂਗੇ, ਕਿਉਂਕਿ ਫਾਰਸੀ ਭਾਸ਼ਾ ਹੀ ਜ਼ਿਆਦਾ ਯੂਜ਼ ਹੁੰਦੀ ਸੀ, ਓਫੀਸ਼ੀਅਲ ਭਾਸ਼ਾ ਉਹ ਸੀਗੀ। ਤੇ ਅੱਜ ਜਿਹੜਾ ਹੁਣ ਸਾਡੇ ਜਿਹੜੇ ਲੋਕ ਆ ਉਹ ਸੋਚਦੇ ਆ ਕਿ ਜਿਹੜੀ ਗੁਰਮੁਖੀ ਭਾਸ਼ਾ ਸੀਗੀ, ਗੁਰਮੁਖੀ ਜਿਹੜੀ ਲਿਪੀ ਆ, ਉਹ ਸ਼ੁਰੂ ਤੋਂ ਯੂਜ਼ ਹੁੰਦੀ ਆ ਜਾਂ ਸ਼ੁਰੂ ਤੋਂ ਯੂਜ਼ ਨਹੀਂ ਹੁੰਦੀ ਸੀਗੀ, ਕਦੀ ਵੀ ਨਹੀਂ ਯੂਜ਼ ਹੁੰਦੀ ਸੀਗੀ। ਉਹ ਸਿਰਫ ਰਿਲੀਜੀਅਸ ਪਰਪਸਿਸ ਲਈ ਯੂਜ਼ ਹੁੰਦੀ ਸੀਗੀ ਜ਼ਿਆਦਾ। ਜਿਹੜੇ ਕਿ ਲੋਕ ਜਿੱਦਾਂ ਹੁਣ ਸਿੱਖੀ ਨੂੰ ਪਿਆਰ ਕਰਦੇ ਆ, ਜਾਂ ਜਿਹੜੇ ਕਿ ਗੁਰੂਆਂ ਦੀ ਅੱਗੇ ਚੀਜ਼ ਲਿਖਣੀ ਆ ਉਹ ਲਿਖਦੇ ਸੀਗੇ। ਪਰ ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਜਾਂ ਤੁਸੀਂ ਦਸਮ ਗ੍ਰੰਥ ਨੂੰ ਪੜ੍ਹੋਗੇ, ਜਾਂ ਤੁਸੀਂ ਪੰਥ ਪ੍ਰਕਾਸ਼ ਨੂੰ ਪੜ੍ਹੋਗੇ, ਜਾਂ ਤੁਸੀਂ ਸੂਰਯ ਪ੍ਰਕਾਸ਼ ਨੂੰ ਪੜ੍ਹੋਗੇ, ਤੁਸੀਂ ਦੇਖੋਗੇ ਲਿਪੀ ਤਾਂ ਚਾਹੇ ਉਹ ਪੰਜਾਬੀ ਆ, ਗੁਰਮੁਖੀ ਆ, ਪਰ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਟੱਚ ਹਿੰਦੀ ਦਾ ਆ, ਬਹੁਤ ਜ਼ਿਆਦਾ ਟੱਚ। ਕਿ ਨਾ ਤੁਸੀਂ ਕਹੋਗੇ ਕਿ ਮੈਂ ਨਾ ਗੁਰਮੁਖੀ ਵਿੱਚ ਹਿੰਦੀ ਪੜ੍ਹ ਰਿਹਾ ਵਾਂ, ਤੁਹਾਨੂੰ ਇੱਦਾਂ ਲੱਗੂਗਾ ਕਿ ਇੱਦਾਂ ਦਾ ਦੀ ਜਗ੍ਹਾ ਕਾ ਯੂਜ਼ ਹੋਣਾ, ਉਹ ਗਏ ਥੇ ਇੱਦਾਂ ਯੂਜ਼ ਹੋਣਾ, ਆਹ ਸਭ, ਤੇ ਤੁਮ ਕਿਆ ਕਰ ਰਹੇ ਹੋ, ਇੱਦਾਂ ਕਰਕੇ ਗੁਰਮੁਖੀ ਵਿੱਚ ਲਿਖਿਆ ਹੋਇਆ ਵਾ। ਤਾਂ ਜਿਹੜਾ ਹੁਣ ਸਾਡੇ ਪੰਜਾਬ ਦਾ ਹਿੰਦੂ ਸੀਗਾ, ਉਹ ਗੱਲ ਸੀਗੀ, ਕਹਿੰਦਾ ਕਿ ਮੈਂ ਹੁਣ ਇੱਥੇ ਬਹੁਤ ਸਮੇਂ ਪਹਿਲੇ ਤੋਂ, ਜਿੱਦਾਂ ਸਾਡਾ ਨੇਟਿਵ ਆ ਆਹ ਜਗ੍ਹਾ, ਇੱਦਾਂ ਅਸੀਂ ਰਹਿੰਦੇ ਆਏ ਆ,
ਜਿੱਦਾਂ ਹੁਣ ਪੋਰਸ ਲਾ ਲਓ ਜਾਂ ਜਿਹੜੀ ਸ਼ਾਹੀ ਡਾਇਨੈਸਟੀ ਸੀਗੀ, ਹਿੰਦੂ ਸ਼ਾਹੀ ਡਾਇਨੈਸਟੀ, ਜਾਂ ਹੋਰ ਉਹਨਾਂ ਤੋਂ ਪਹਿਲਾਂ ਵੀ ਸਾਡੇ ਇੱਦਾਂ ਕੁਰੂਕਸ਼ੇਤਰ ਵਿੱਚ ਜੋ ਵੀ ਚੀਜ਼ਾਂ ਹੋਈਆਂ ਤੁਹਾਨੂੰ ਪਤਾ ਵਾ, ਉਹ ਕਹਿੰਦਾ ਮੈਂ ਕਿਉਂ ਸੈਕਰੀਫਾਈਸ ਕਰਾਂ। ਆਹ ਚੀਜ਼ ਆ ਗਈ ਸੀਗੀ। ਤੇ ਜਦ ਕਿ ਆਹ ਚੀਜ਼ ਪਹਿਲਾਂ ਹੋਈ ਨਹੀਂ ਓਫੀਸ਼ੀਅਲੀ ਕਦੀ ਵੀ, ਆਜ਼ਾਦੀ ਤੋਂ ਪਹਿਲਾਂ ਗੁਰਮੁਖੀ ਕਦੀ ਵੀ ਓਫੀਸ਼ੀਅਲ ਲੈਂਗੁਏਜ, ਓਫੀਸ਼ੀਅਲ ਸਕ੍ਰਿਪਟ ਨਹੀਂ ਰਹੀ ਪੰਜਾਬ ਦੀ, ਤਾਂ ਅਸੀਂ ਇਦਾਂ ਕਿਉਂ ਕਰੀਏ। ਮੇਨ ਆਹ ਸੀਗੀ ਗੱਲ 47 ਤੱਕ ਜਿਹੜੀ ਹੋਈ ਆ, ਕਿ ਹੁਣ ਜਦੋਂ ਅਸੀਂ ਪੰਜਾਬੀ ਲਿਖਦੇ ਹਾਂ ਗੁਰਮੁਖੀ ਵਿੱਚ, ਆਹੀ ਗੱਲ ਆ ਗਈ ਸੀਗੀ ਕਿ ਕਿਉਂ ਕੀਤਾ ਜਾਵੇ ਇਦਾਂ, ਜੋ ਕਿ ਇੰਨੇ ਪਿਛਲੇ ਸਾਲਾਂ ਤੋਂ ਨਹੀਂ ਹੋਇਆ, ਤੇ ਉਹ ਅਚਾਨਕ ਅਸੀਂ ਚੇਂਜ ਕਿਉਂ ਕਰੀਏ। ਇੱਥੇ ਆ ਕੇ ਬੇਸ ਜਿਹੜਾ ਪੁਆਇੰਟ ਹੈ ਉਹ ਅੜ ਗਿਆ ਸੀਗਾ। ਪੰਜਾਬੀ ਬੋਲੀ ਨਾਲ ਕਿਸੇ ਨੂੰ ਫਰਕ ਨਹੀਂ ਹੈਗਾ, ਕਿਉਂਕਿ ਜਿਹੜੀ ਪੰਜਾਬੀ ਬੋਲੀ ਆ ਇੱਕ ਡਾਇਲੈਕਟ ਆ, ਐਕਸੈਂਟ ਆ। ਜਿੱਦਾਂ ਹੁਣ ਤੁਸੀਂ ਚੱਲ ਜੂਗੇ ਰਾਜਸਥਾਨ ਵਿੱਚ, ਰਾਜਸਥਾਨ ਦੇ ਵਿੱਚ ਤੁਹਾਨੂੰ ਆਲੇ ਡਾਇਲੈਕਟ ਜਾਂ ਐਕਸੈਂਟ ਵੱਖਰੇ ਵੱਖਰੇ ਮਿਲ ਜੂਗੇ। ਜਿਹੜੇ ਰਾਜਸਥਾਨ ਦੇ ਅਜਮੇਰ ਵਾਲਿਆਂ ਦਾ ਆਪਣਾ ਹੋਊਗਾ, ਜੈਪੁਰ ਵਾਲਿਆਂ ਦਾ ਆਪਣਾ ਹੋਊਗਾ, ਪੰਜਾਬ ਵਿੱਚ ਵੀ ਇਦਾਂ ਹੀ ਆ। ਦੁਆਬੀਆਂ ਦਾ ਆਪਣਾ ਬੋਲਣ ਦਾ ਤਰੀਕਾ ਵਾ। ਪੁਆਧੀ ਜਿਹੜੇ ਹੈਗੇ ਉਹ ਤਾਂ ਪ੍ਰੋਪਰ ਇਦਾਂ ਹੀ ਲੱਗਦਾ ਕਿ ਹਿੰਦੀ ਦੇ ਬਹੁਤ ਜ਼ਿਆਦਾ ਕਲੋਜ਼ ਹੈਗੇ ਆ, ਪਰ ਉਹ ਹੈਗੀ ਪੰਜਾਬੀ ਆ, ਪਰ ਉਹਨਾਂ ਨੂੰ ਪੰਜਾਬੀ ਵਾਲਾ ਮਾਣ ਨਹੀਂ ਮਿਲਦਾ ਪਿਆ। ਕੁੱਲ ਮਿਲਾ ਕੇ ਆਹ ਗੱਲ ਹੋਈ ਕਿ ਆ ਅਸਲ 'ਚ ਬੋਲੀ ਆ, ਜਿਹੜੀ ਬੋਲੀ ਨੂੰ ਕਿਸ ਨੇ ਵੀ ਨਹੀਂ ਨਕਾਰਿਆ। ਜਿਹੜਾ ਵੀ ਕੋਈ ਵੀ ਪੰਜਾਬ ਦਾ ਹਿੰਦੂ ਆ ਉਹ ਬੋਲੀ ਬੋਲਦਾ ਆ, ਪੰਜਾਬੀ ਬੋਲੀ ਬੋਲਦਾ ਵਾ। ਪਰ ਹੁਣ ਪ੍ਰੋਬਲਮ ਇੱਥੇ ਆ ਗਈ ਸੀਗੀ ਕਿ ਜਿਹੜੇ ਮੁਸਲਮਾਨ ਸੀਗੇ ਪਾਕਿਸਤਾਨ ਜਿਹੜੇ ਚੱਲ ਗਏ, ਜਿਹੜੇ ਪੰਜਾਬੀ ਅੱਜ ਵੀ ਬੋਲਦੇ ਆ, ਲਿਖਤ ਵਿੱਚ ਉਹਨਾਂ ਦੇ ਆ ਗਈ ਉਹਨਾਂ ਦੀ ਇੱਕ ਤਾਂ ਰਿਲੀਜੀਅਸ ਭਾਸ਼ਾ। ਰਿਲੀਜੀਅਸ ਭਾਸ਼ਾ ਉਹਨਾਂ ਦੀ ਕਿਹੜੀ ਆ, ਜਿਹੜੀ ਕਿ ਉਹਨਾਂ ਦੇ ਕੁਰਾਨ ਵਿੱਚ ਲਿਖੀ ਗਈ ਆ। ਤੇ ਜਿਹੜੇ ਫਿਰ ਹੁਣ ਸਾਡੇ ਇੱਧਰ ਸਿੱਖ ਸੀਗੇ ਵੀਰ, ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦੀ ਆ ਗੁਰਮੁਖੀ ਭਾਸ਼ਾ, ਜਿਹੜੀ ਉਹਨਾਂ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਾਂ ਬਾਕੀ ਧਾਰਮਿਕ ਗ੍ਰੰਥਾਂ ਵਿੱਚ ਦਰਜ ਹੈ ਗੁਰਮੁਖੀ ਭਾਸ਼ਾ। ਉਸ ਤੋਂ ਬਾਅਦ ਹੁਣ ਜਿਹੜਾ ਹਿੰਦੂ ਸੀਗਾ ਪੰਜਾਬ ਦਾ, ਉਹ ਕਹਿੰਦਾ ਕਿ ਅਸੀਂ ਆਪਣੀ ਰਿਲੀਜੀਅਸ ਭਾਸ਼ਾ ਕਿਉਂ ਨਾ ਫਿਰ ਯੂਜ਼ ਕਰੀਏ, ਜਿਹੜੀ ਦੇਵਨਾਗਰੀ ਸਾਡੀ ਇਹਨਾਂ ਤੋਂ ਜ਼ਿਆਦਾ ਪੁਰਾਣੀ ਆ, ਉਰਦੂ ਤੋਂ ਵੀ ਜ਼ਿਆਦਾ ਪੁਰਾਣੀ ਆ ਜਾਂ ਫਾਰਸੀ ਤੋਂ ਵੀ ਜ਼ਿਆਦਾ ਪੁਰਾਣੀ ਆ, ਤੇ ਉਹ ਗੁਰਮੁਖੀ ਤੋਂ ਵੀ ਜ਼ਿਆਦਾ ਪੁਰਾਣੀ ਆ। ਕਿਉਂਕਿ ਸੰਸਕ੍ਰਿਤ ਜਿਹੜੀ ਭਾਸ਼ਾ ਹੈ ਉਹ ਦੇਵਨਾਗਰੀ ਜਿਹੜੀ ਯੂਜ਼ ਹੋਈ ਆ ਉਹ ਜ਼ਿਆਦਾ ਪੁਰਾਣੀ ਆ, ਤੇ ਅਸੀਂ ਆਪਣੀ ਕਿੱਦਾਂ ਭੁੱਲ ਜਾਈਏ। ਆਹ ਪ੍ਰੋਬਲਮ ਸੀਗੀ, ਮੇਨ ਬੇਸ ਪੁਆਇੰਟ ਜਿਹੜਾ ਸੀਗਾ। ਤੇ ਇਹਨੂੰ ਹੁਣ ਕਿਹਾ ਜਾਂਦਾ ਵਾ ਸਾਡੇ ਬਹੁਤ ਲੋਕਾਂ ਵੱਲੋਂ ਕਿ ਜੀ ਜਿਹੜਾ ਪੰਜਾਬ ਦਾ ਹਿੰਦੂ ਆ ਉਹਨੇ ਗਲਤ ਕੀਤਾ, ਪੰਜਾਬ ਦੇ ਹਿੰਦੂ ਨੇ ਧੋਖਾ ਦੇ ਦਿੱਤਾ, ਜਾਂ ਪੰਜਾਬ ਦੇ ਹਿੰਦੂ ਨੇ ਬਹੁਤ ਇਦਾਂ ਦਾ ਕੁਝ ਕਰਤਾ ਕਿ ਜਿਹੜਾ ਕਿ ਅਨਐਕਸਪੈਕਟਡ ਸੀਗਾ। ਪਰ ਤੁਸੀਂ ਸੋਚ ਕੇ ਦੇਖਿਓ, ਪੰਜਾਬ ਦਾ ਹਿੰਦੂ ਅੱਜ ਵੀ ਜਿਹੜਾ ਹੈਗਾ ਆ ਪੰਜਾਬੀ ਹੀ ਬੋਲਦਾ ਆ, ਪੰਜਾਬੀ ਹੀ ਸੋਚਦਾ ਆ, ਤੇ ਪੰਜਾਬੀ ਹੀ ਸਾਰਾ ਕੁਝ ਇਦਾਂ ਆਪਣਾ ਕਰਦਾ ਵਾ। ਪਰ ਇੱਕ ਨੀਵਾਂ ਦਿਖਾਉਣ ਲਈ ਕੀਤੀ ਗਈ ਆ ਗੱਲ ਕਿ ਨਹੀਂ ਜੀ ਤੁਸੀਂ ਧੋਖਾ ਦਿੱਤਾ। ਪਰ ਇਹਦੇ ਤੇ ਮੈਂ ਗੱਲ ਕਰੂੰਗਾ ਹੁਣ ਅਗਲੀ ਵੀਡੀਓ 'ਚ ਕਿ 47 ਤੋਂ ਬਾਅਦ ਕੀ ਧੋਖਾ ਹੋਇਆ ਸੀ ਕੀ ਨਹੀਂ ਹੋਇਆ ਸੀਗਾ। ਬਹੁਤ ਜ਼ਰੂਰੀ ਆ ਸਾਡੇ ਹਿੰਦੂ ਵੀਰਾਂ ਲਈ ਆ ਚੀਜ਼ ਜਾਣਨੀ, ਕਿਉਂਕਿ ਸਾਨੂੰ ਇਦਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਵਾ ਜਿਹੜੀਆਂ ਕਿ ਅਸੀਂ ਨਹੀਂ ਕੀਤੀਆਂ ਜਾਂ ਸਾਡੇ ਬਜ਼ੁਰਗਾਂ ਨੇ ਨਹੀਂ ਕੀਤੀਆਂ, ਪਰ ਸਾਡੇ ਤੇ ਥੋਪੀ ਜਾ ਰਹੀ ਆ ਗੱਲ। ਉਹ ਮਤਲਬ ਕਿ ਇਲਜ਼ਾਮ ਥੋਪੇ ਜਾ ਰਹੇ ਆ ਕਿ ਨਹੀਂ ਤੁਸੀਂ ਹੀ ਗਲਤ ਆ, ਤੁਸੀਂ ਹੀ ਸਾਰਾ ਕੁਝ ਗਲਤ ਕੀਤਾ ਵਾ, ਤੁਹਾਡੇ ਤੋਂ ਵੱਡਾ ਗੱਦਾਰ ਕੋਈ ਨਹੀਂ ਹੈਗਾ। ਇਦਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਵਾ। ਕਿ ਜਾਂਦੇ ਹੋਏ ਤੁਹਾਨੂੰ ਇੱਕ ਹੋਰ ਮੈਂ ਗੱਲ ਦੱਸ ਜਾਂਦਾ ਆ, ਹੋ ਸਕਦਾ ਵਾ ਕਿ ਆ ਤੁਹਾਡੇ ਖਿਆਲ 'ਚ ਨਾ ਹੋਵੇ ਗੱਲ। ਕਿਹਾ ਜਾਂਦਾ ਵਾ ਕਿ ਹਿੰਦੁਸਤਾਨ ਜਿਹੜਾ ਸ਼ਬਦ ਆ ਉਹ ਬਾਹਰਲਿਆਂ ਵੱਲੋਂ ਦਿੱਤਾ ਗਿਆ ਵਾ। ਉਹ ਜਿਹੜਾ ਸ਼ਬਦ ਆ ਪੰਜਾਬ ਦਾ ਸ਼ਬਦ ਨਹੀਂ ਹੈਗਾ, ਉਹ ਸੌਰੀ ਇੰਡੀਆ ਦਾ ਜਾਂ ਭਾਰਤ ਦਾ ਸ਼ਬਦ ਨਹੀਂ ਹੈਗਾ। ਇੱਦਾਂ ਹੀ ਜਿਹੜਾ ਪੰਜਾਬ ਲਫ਼ਜ਼ ਹੈ ਨਾ, ਪੰਜਾਬ ਲਫ਼ਜ਼ ਜਿਹੜਾ ਹੈਗਾ ਵਾ ਉਹ ਫਾਰਸੀ ਵਿੱਚੋਂ ਆਇਆ ਵਾ। ਉਹ ਨਾ ਤਾਂ ਭਾਰਤੀਆਂ ਦਾ ਹੈਗਾ ਵਾ, ਤੇ ਨਾ ਹੀ ਜਿਹੜਾ ਭਾਰਤੀ ਮੂਲ ਦਾ ਕੋਈ ਜਿੱਦਾਂ ਲੈਂਗੁਏਜ ਆ ਉਹਦੇ ਨਾਲ ਰਿਲੇਟ ਕਰਦਾ ਵਾ। ਪੰਜ ਆਬ ਜਿਹੜਾ ਹੈਗਾ ਵਾ ਆ ਉਧਰੋਂ ਦੀ ਆਇਆ ਵਾ। ਸਾਡੀ ਜਿਹੜੀ ਅਸਲ 'ਚ ਜੇ ਅਸੀਂ ਉਹ ਚੀਜ਼ ਨੂੰ ਹੁਣ ਵਿੱਚੋਂ ਦੀ ਕੱਟ ਦਈਏ, ਜੇ ਪੰਜਾਬ ਦੀ ਜੇ ਅਸੀਂ ਆਹ ਨਾਮ ਦਾ ਜੇ ਅਸੀਂ ਕੱਟ ਦਈਏ ਇੱਦਾਂ ਜੋ ਵੀ ਸਾਡਾ ਲੈਣ ਦੇਣ ਆ, ਤਾਂ ਇਹਦਾ ਨਾਮ ਸਿੱਧਾ ਜਾ ਕੇ ਜਾਂ ਤਾਂ ਮਦਰ ਦੇਸ਼ ਪੈ ਜਾਊਗਾ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਨੂੰ ਮਦਰ ਦੇਸ਼ ਕਹਿੰਦੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਇਹਨੂੰ ਪੰਜਾਬ ਨਹੀਂ ਕਿਹਾ, ਇਹਨੂੰ ਮਦਰ ਦੇਸ਼ ਕਹਿੰਦੇ ਸੀਗੇ। ਉਹਨਾਂ ਦੀ ਇੱਕ ਲਿਖਤ ਵੀ ਹੈਗੀ ਹੈ ਜਿੱਥੇ ਉਹ ਦੱਸਦੇ ਪਏ ਆ ਕਿ ਅਨੰਦਪੁਰ 'ਚ ਮੈਂ ਥੋੜਾ ਟਾਈਮ ਰਿਹਾ ਵਾਂ ਤੇ ਬਾਅਦ ਵਿੱਚ ਮੈਂ ਮਦਰ ਦੇਸ਼ ਆ ਗਿਆ ਵਾਂ, ਇੱਦਾਂ ਉਹਨਾਂ ਨੇ ਗੱਲ ਕਹੀ ਆ। ਤੇ ਉਹ ਇਹਨੂੰ ਮਦਰ ਦੇਸ਼ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ। ਤੇ ਉਸ ਤੋਂ ਇਲਾਵਾ ਜਾਂ ਤਾਂ ਇਹਦਾ ਨਾਮ ਸਪਤ ਸਿੰਧੂ ਹੋਣਾ ਸੀਗਾ। ਹੁਣ ਸਪਤ ਸਿੰਧੂ ਜਾਂ ਮਦਰ ਦੇਸ਼ ਕਿਹਦੇ ਤੋਂ ਰਿਲੇਟ ਕਰਦੇ ਆ? ਮਦਰ ਦਾ ਹੈਗਾ ਆ ਜਿਹੜਾ ਕਿ ਮਾਦਰੀ ਜੀ, ਇੱਦਾਂ ਸਾਡੇ ਮਹਾਭਾਰਤ ਵਿੱਚ ਹੈਗੇ ਆ, ਪਾਂਡੂ ਦੇ ਵਾਈਫ ਹੈਗੇ ਆ, ਪਾਂਡੂ ਦੇ ਨਾਲ ਉਹ ਸਤੀ ਹੁੰਦੇ ਆ, ਉਹਨਾਂ ਬਾਰੇ ਗੱਲ ਆ। ਉਹਨਾਂ ਦੇ ਮਦਰ ਦੇਸ਼ ਤੋਂ ਸੀਗੇ ਉਹ, ਮਤਲਬ ਕਿ ਇੱਥੋਂ ਦੀ। ਤੇ ਸਪਤ ਸਿੰਧੂ ਜਿਹੜੀ ਹੈਗੀ ਆ ਉਹ ਤੁਹਾਨੂੰ ਪਤਾ ਵਾ ਸਾਡੀਆਂ 7 ਇੱਥੇ ਪਹਿਲੇ ਨਦੀਆਂ ਹੁੰਦੀਆਂ ਸੀਗੀਆਂ, ਹੁਣ ਤਾਂ ਫਿਰ ਬਾਅਦ ਵਿੱਚ 5 ਰਹਿ ਗਈਆਂ, ਤਾਂ ਇਹਨੂੰ ਪੰਜਾਬ ਕਹਿਣਾ ਸ਼ੁਰੂ ਕਰਤਾ। ਅਸਲ ਵਿੱਚ ਜੇ ਅਸੀਂ
ਜਿਹੜੇ ਸਾਡੇ ਤੇ ਆਕਰਮਣਕਾਰੀ ਸੀ ਉਹਨਾਂ ਦੀਆਂ ਚੀਜ਼ਾਂ ਨੂੰ ਜੇ ਅਸੀਂ ਕੱਢ ਦਈਏ ਆਪਣੀ ਹਿਸਟਰੀ ਚੋਂ, ਕਿਉਂਕਿ ਉਹਨਾਂ ਦੀ ਚੀਜ਼ਾਂ ਕਈ ਵਾਰ ਨਹੀਂ ਅਸੀਂ ਅਡੋਪਟ ਕਰਨਾ ਚਾਹੁੰਦੇ, ਜਿੱਦਾਂ ਕਿ ਹਿੰਦੁਸਤਾਨ ਸ਼ਬਦ ਬਾਰੇ ਸਾਡੇ ਸਿੱਖ ਵੀਰ ਸਾਨੂੰ ਸਪੈਸ਼ਲੀ ਕਹਿੰਦੇ ਆ ਕਿ ਹਿੰਦੁਸਤਾਨ ਨਹੀਂ ਹੈਗਾ ਕਿਉਂਕਿ ਉਹ ਦੂਜਿਆਂ ਨੇ ਦਿੱਤਾ ਹੋਇਆ, ਤਾਂ ਇਹਦੇ ਪੰਜਾਬ ਸ਼ਬਦ ਵੀ ਦੂਜਿਆਂ ਦਾ ਦਿੱਤਾ ਹੋਇਆ ਵਾ, ਉਹ ਸਾਡਾ ਨਹੀਂ ਹੈਗਾ ਜੇ ਬੋਲੀ ਵਾਈਜ਼ ਦੇਖਿਆ ਜਾਵੇ। ਪਰ ਅਸੀਂ ਉੱਦਾਂ ਹੁਣ ਮਾਣਨਾ ਕਹੀਦਾ ਕਿ ਅਸੀਂ ਪੰਜਾਬੀ ਹਾਂ, ਤੇ ਮੈਨੂੰ ਵੀ ਵਧੀਆ ਲੱਗਦਾ ਵਾ ਕਹਿਣਾ, ਤੇ ਮੈਂ ਨਹੀਂ ਕਹਿੰਦਾ ਕਿ ਚੇਂਜ ਕਰਨਾ ਚਾਹੀਦਾ ਜਾਂ ਕੁਝ ਵੀ, ਪਰ ਉੱਦਾਂ ਮੈਂ ਇੱਕ ਤੁਹਾਨੂੰ ਟਿਪ ਦੇ ਦਿੱਤੀ ਆ ਕਿ ਜਦੋਂ ਕੋਈ ਇਦਾਂ ਦਾ ਕੋਈ ਆਰਗੂਮੈਂਟ ਕਰਦਾ ਵਾ ਤੇ ਉਹਨੂੰ ਆ ਚੀਜ਼ ਦਿਮਾਗ 'ਚ ਹੋਣੀ ਜ਼ਰੂਰ ਚਾਹੀਦੀ ਆ ਕਿ ਪੰਜਾਬ ਸ਼ਬਦ ਵੀ ਬਾਹਰਲਾ ਹੀ ਆ, ਪੰਜਾਬ ਸ਼ਬਦ ਸਾਡੇ ਇੰਡੀਆ ਦਾ ਨਹੀਂ ਹੈਗਾ। ਉਹ ਤੋਂ ਇਲਾਵਾ ਹੁਣ ਸਾਡੇ ਕਈ ਲੋਕ ਨਾ ਕਹਿੰਦੇ ਆ ਕਿ ਜਿਹੜੇ ਹਿੰਦੂ ਸੀਗੇ ਜਾਂ ਉਹਨਾਂ ਨੇ ਜਾਣ ਕੇ ਪੰਜਾਬ ਤੇ ਥੋਪਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਉਹਦੇ ਤੋਂ ਮੈਂ ਥੋੜਾ ਜਿਹਾ ਦੱਸ ਦਿੰਦਾ ਵਾ, ਆਪਣੇ ਇੰਡੀਆ ਦੇ ਕੁਝ ਮਸ਼ਹੂਰ ਲੋਕਾਂ ਦੇ ਨਾਮ ਤੁਹਾਨੂੰ ਦੱਸ ਦਿੰਦਾ ਵਾ ਜਿਨ੍ਹਾਂ ਨੇ ਹਿੰਦੀ ਨੂੰ ਪ੍ਰਮੋਟ ਕੀਤਾ ਵਾ, ਪਰ ਉਹ ਖੁਦ ਹਿੰਦੀ ਨਹੀਂ ਬੋਲਦੇ ਸੀਗੇ ਜ਼ਿਆਦਾ, ਜਾਂ ਉਹਨਾਂ ਨੇ ਬਾਅਦ 'ਚ ਹਿੰਦੀ ਸਿੱਖੀ ਆ, ਉਹਨਾਂ ਦੀ ਮੂਲ ਭਾਸ਼ਾ ਹਿੰਦੀ ਨਹੀਂ ਸੀਗੀ। ਸ਼ੁਰੂ ਕਰਦਾ ਵਾਂ ਮਹਾਰਿਸ਼ੀ ਦਿਆਨੰਦ ਤੋਂ। ਉਹ ਖੁਦ ਗੁਜਰਾਤੀ ਸੀਗੇ, ਉਹਨਾਂ ਨੇ ਹਿੰਦੀ ਬਾਅਦ 'ਚ ਸਿੱਖੀ ਆ, ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਸੀਗੀ, ਪਰ ਉਹਨਾਂ ਨੇ ਕਿਹਾ ਜਿਹੜੀ ਲਿੰਕਿੰਗ ਲੈਂਗੁਏਜ ਆ ਉਹ ਹਿੰਦੀ ਹੋਣੀ ਚਾਹੀਦੀ ਆ। ਵੀਰ ਸਾਵਰਕਰ ਖੁਦ ਮਰਾਠੀ ਸੀਗੇ, ਉਹਨਾਂ ਦੀ ਮੂਲ ਭਾਸ਼ਾ ਹਿੰਦੀ ਨਹੀਂ ਸੀਗੀ, ਪਰ ਉਹਨਾਂ ਨੇ ਕਿਹਾ ਹਿੰਦੀ ਹੋਣੀ ਚਾਹੀਦੀ ਆ। ਟੈਗੋਰ ਉਹ ਖੁਦ ਬੰਗਾਲੀ ਸੀਗੇ, ਉਹਨਾਂ ਨੇ ਕਿਹਾ ਕਿ ਮੂਲ ਭਾਸ਼ਾ ਜਿਹੜੀ ਹੈਗੀ ਆ ਉਹ ਹਿੰਦੀ ਇੱਕ ਸੂਤਰ 'ਚ ਬੰਨ੍ਹਣ ਲਈ ਇੰਡੀਆ ਨੂੰ ਹੋਣੀ ਚਾਹੀਦੀ ਆ। ਗਾਂਧੀ ਨੇ ਕਿਹਾ ਸੀਗਾ ਹਿੰਦੀ ਹੋਣੀ ਚਾਹੀਦੀ ਹੈ, ਬਾਅਦ 'ਚ ਉਹਨੇ ਹਿੰਦੁਸਤਾਨੀ ਕਹਿ ਦਿੱਤਾ ਸੀਗਾ, ਉਹ ਹਿੰਦੀ ਦਾ ਹੀ ਅਗਲਾ ਵਰਡ ਆ ਕਿ ਹਾਂਜੀ ਹਿੰਦੁਸਤਾਨੀ, ਪਰ ਇਹਨੇ ਵੀ ਆਹੀ ਕਿਹਾ ਸੀਗਾ। ਖੁਦ ਇਹਦੀ ਜਿਹੜੀ ਮੂਲ ਭਾਸ਼ਾ ਹੈਗੀ ਆ ਹਿੰਦੀ ਨਹੀਂ ਬੋਲਦਾ ਸੀਗਾ, ਗੁਜਰਾਤੀ ਸੀਗਾ ਬੰਦਾ। ਤੇ ਰਾਮ ਮੋਹਨ ਮਾਲਵੀਆ ਜੀ, ਰਾਜਾ ਰਾਮ ਮੋਹਨ ਮਾਲਵੀਆ ਜੀ, ਇਹਨਾਂ ਦੀ ਵੀ ਮੂਲ ਭਾਸ਼ਾ ਨਹੀਂ ਸੀਗੀ ਆਪਣੀ ਹਿੰਦੀ। ਤੇ ਬਾਬੂ ਸ਼ਿਵਾ ਪ੍ਰਸਾਦ, ਦੇਵਚੰਦਰ ਸੇਨ, ਸ਼ਰਦਾ ਚਰਨ ਮਿੱਤਰਾ, ਇਹਨਾਂ ਨੇ ਤਾਂ ਦੇਵਨਾਗਰੀ ਪਾਤਾ ਸੀਗਾ ਆਪਣੇ ਜਿਹੜਾ ਉਹਨਾਂ ਦੀ ਪੱਤਰਿਕਾ ਨਿਕਲਦੀ ਸੀ ਉਹਦਾ ਨਾਮ। ਤੇ ਕੁੱਲ ਮਿਲਾ ਕੇ ਸਾਰਿਆਂ ਨੇ ਹਿੰਦੀ ਨੂੰ ਕਿਹਾ ਸੀਗਾ ਕਿ ਜਿਹੜੀ ਇੱਕ ਲਿੰਕਿੰਗ ਲੈਂਗੁਏਜ ਆ ਉਹ ਹਿੰਦੀ ਹੋ ਸਕਦੀ ਆ, ਤੇ ਜਦ ਕਿ ਸਾਰੇ ਖੁਦ ਨਹੀਂ ਬੋਲਦੇ ਸੀਗੇ, ਖੁਦ ਇਹਨਾਂ ਦੀਆਂ ਜਿਹੜੀਆਂ ਲਿਖਤਾਂ ਵੀ ਹੈਗੀਆਂ ਜਾਂ ਤਾਂ ਇੰਗਲਿਸ਼ 'ਚ ਹੋ ਗਈਆਂ ਜਾਂ ਇਹਨਾਂ ਦੀ ਮੂਲ ਭਾਸ਼ਾ 'ਚ ਹੋ ਗਈਆਂ ਜ਼ਿਆਦਾਤਰ, ਬਾਅਦ 'ਚ ਅੱਜ ਚਾਹੇ ਟਰਾਂਸਲੇਸ਼ਨਸ ਆ ਗਈਆਂ ਹੁਣ, ਪਰ ਸਾਰਿਆਂ ਨੇ ਇਕਜੁੱਟ ਹੋ ਕੇ ਹਿੰਦੀ ਨੂੰ ਪ੍ਰਮੋਟ ਕੀਤਾ ਸੀਗਾ, ਕਿਉਂਕਿ ਦੇਵਨਾਗਰੀ ਤੋਂ ਜਾਂ ਅੱਗੇ ਸੰਸਕ੍ਰਿਤ ਤੋਂ ਬਾਕੀ ਲੈਂਗੁਏਜਸ ਦਾ ਜਿਹੜਾ ਵੀ ਆਵਾਹਨ ਹੋਇਆ ਵਾ। ਪਰ ਸਾਡੇ ਜਿਹੜੇ ਪੰਜਾਬ 'ਚ ਆਹੀ ਪ੍ਰੋਬਲਮ ਹੋਈ ਆ ਕਿ ਜਿਹੜੇ ਸਾਡਾ ਯੂਥ ਆ ਹੁਣ ਉਹ ਪੜ੍ਹਦਾ ਨਹੀਂ, ਉਹ ਜਾਣਨਾ ਨਹੀਂ ਚਾਹੁੰਦਾ, ਉਹ ਬਸ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਬੈਂਸਣਾ ਚਾਹੁੰਦਾ ਆ, ਜਿਹਦੇ ਨਾਲ ਕਿ ਕੋਈ ਚੀਜ਼ ਸਹੀ ਤਰ੍ਹਾਂ ਨਾਲ ਤੁਸੀਂ ਅਗਲੇ ਬੰਦੇ ਨੂੰ ਸਮਝਾ ਹੀ ਨਹੀਂ ਸਕੋਗੇ। ਜੇ ਤੁਸੀਂ ਸਮਝਾਉਣਾ ਚਾਹੁੰਦੇ ਆ ਤਾਂ ਖੁਦ ਆ ਚੀਜ਼ਾਂ ਨੂੰ ਤੁਸੀਂ ਆਪਣੇ ਪੱਲੇ ਬੰਨੋ, ਕਿਉਂਕਿ ਅੱਜ ਵੀ ਪੰਜਾਬੀ ਬੋਲੀ ਜਾਂਦੀ ਆ ਪਾਕਿਸਤਾਨ 'ਚ, ਪਰ ਉਹਨਾਂ ਦੀ ਲਿਖਤ ਜਿਹੜੀ ਹੈਗੀ ਆ ਉਹ ਉਰਦੂ ਜਾਂ ਫਾਰਸੀ ਵਿੱਚ ਹੈਗੀ ਹੈ, ਇੱਦਾਂ ਜਿਹੜੀ ਕਿ ਉਹਨਾਂ ਦੀ ਆਪਸੀ ਉਹਨਾਂ ਦੀ ਹੁੰਦੀ ਹੈ ਕੁਰਾਨ ਦੇ ਤਹਿਤ ਜਿਹੜੀ। ਪਰ ਅਸੀਂ ਉਹਨਾਂ ਨੂੰ ਆ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਪੰਜਾਬੀ ਨਾਲ ਧੋਖਾ ਕੀਤਾ, ਕਿਉਂਕਿ ਉਹ ਪੰਜਾਬੀ ਬੋਲਦੇ ਆ, ਪੰਜਾਬੀ ਬੋਲੀ ਉਹਨਾਂ ਦੀ ਹੈਗੀ ਆ। ਸਕ੍ਰਿਪਟ ਕਿਹੜੀ ਹੋਣੀ ਆ ਅਸੀਂ ਨਹੀਂ ਉਹਨਾਂ ਦੇ ਥੋਪ ਸਕਦੇ, ਉਹਨਾਂ ਦੀ ਆਪਣੀ ਮਰਜ਼ੀ ਆ, ਪਰ ਪੰਜਾਬੀ ਬੋਲੀ ਨਾਲ ਉਹਨਾਂ ਧੋਖਾ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜੇ ਸਾਡੇ ਨੇਪਾਲ ਹੈਗਾ ਆ, ਨੇਪਾਲ ਦੀ ਜਿਹੜੀ ਸਕ੍ਰਿਪਟ ਹੈਗੀ ਉਹ ਦੇਵਨਾਗਰੀ ਆ, ਪਰ ਜਦੋਂ ਸਾਨੂੰ ਕਿਹਾ ਜਾਂਦਾ ਨਾ ਕਿ ਜੇ ਅਸੀਂ ਦੇਵਨਾਗਰੀ ਯੂਜ਼ ਕਰਨੀ ਸ਼ੁਰੂ ਕਰਤੀ ਤਾਂ ਸ਼ਾਇਦ ਹੋ ਸਕਦਾ ਵਾ ਕਿ ਸਾਡੀ ਭਾਸ਼ਾ ਹੀ ਲੁਪਤ ਹੋ ਜਾਵੇ, ਅਸੀਂ ਪੰਜਾਬੀ ਨਾ ਰਹੀਏ। ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਚਾਹੇ ਮਰਾਠੀ ਆ ਚਾਹੇ ਨੇਪਾਲੀ ਆ, ਉਹਦੀ ਸਕ੍ਰਿਪਟ ਹੈਗੀ ਆ ਹਿੰਦੀ, ਦੇਵਨਾਗਰੀ ਦੀ ਸੌਰੀ, ਪਰ ਉਹ ਅੱਜ ਵੀ ਭਾਸ਼ਾਵਾਂ ਜਿਉਂਦੀਆਂ ਆ ਤੇ ਉਹ ਜਿਉਂਦੀਆਂ ਰਹੂਗੀਆਂ। ਨੇਪਾਲੀ ਨੂੰ ਕੋਈ ਹਿੰਦੀ ਨਹੀਂ ਬਣਾ ਸਕਦਾ, ਉਹਦੀ ਸਕ੍ਰਿਪਟ ਆ ਉਹ ਬਸ। ਆਹੀ ਚੀਜ਼ ਸਮਝਣ ਵਾਲੀ ਆ। ਪ੍ਰੋਬਲਮ ਬੋਲੀ ਦੀ ਕਦੀ ਵੀ ਨਹੀਂ ਸੀਗੀ, ਪ੍ਰੋਬਲਮ ਸੀਗੀ ਸਕ੍ਰਿਪਟ ਦੀ। ਜਦੋਂ ਤੁਹਾਡੇ ਘਰੇ ਆ ਕੇ ਕੋਈ ਸੈਂਸਸ 'ਚ ਪੁੱਛਦਾ ਵਾ ਨਾ ਕਿ ਤੁਹਾਡੀ ਬੋਲੀ ਕੀ ਆ, ਹੁਣ ਜਦੋਂ ਤੁਸੀਂ ਕਹੋਗੇ ਮੇਰੀ ਬੋਲੀ ਹਿੰਦੀ ਆ, ਉਹ ਅਗਲੇ ਬੰਦੇ ਨੇ ਕਹਿਣਾ ਬੋਲੀ ਤੇਰੀ ਹਿੰਦੀ ਆ ਪਰ ਤੂੰ 10 ਪੰਜਾਬੀ 'ਚ ਰਿਹਾ ਵਾ, ਕਿ ਕਿਉਂ, ਕਿੱਦਾਂ, ਕੀ ਹਿਸਾਬ ਆ। ਉਹ ਫਿਰ ਉੱਥੇ ਹੀ ਗੱਲ ਸਾਫ਼ ਪਤਾ ਲੱਗਦੀ ਆ ਕਿ ਐਵੇਂ ਹੀ ਬੋਲ ਰਿਹਾ ਵਾ ਤੇ ਉਹਦੀ ਬੋਲੀ ਪੰਜਾਬੀ ਆ। ਬੋਲੀ ਤੇ ਭਾਸ਼ਾ ਵਿੱਚ ਕੁਝ ਫਰਕ ਆ। ਭਾਸ਼ਾ ਹੁੰਦੀ ਆ ਜਿਹ 'ਚ ਬੋਲੀ ਬੋਲਣ ਵਾਲੀ ਵੀ ਹੋਵੇ, ਲਿਪੀ ਵੀ ਹੋਵੇ, ਤੇ ਜਿਹੜੀ ਹੈਗੀ ਆਪਣੀ ਬੋਲੀ ਉਹ ਸਿਰਫ ਮੂੰਹ ਤੋਂ ਨਿਕਲਦੀ ਆ, ਜਿੱਦਾਂ ਕਿ ਜਿਹਨੂੰ ਅਸੀਂ ਗੁਰਮੁਖੀ ਕਹਿੰਦੇ, ਅਸਲ 'ਚ ਗੁਰੂਆਂ ਦੇ ਮੁਖ ਤੋਂ ਨਿਕਲੀ ਹੋਈ ਆ। ਜਿਹੜੀ ਰਿਟਨ ਹੈਗੀ ਆ ਉਹ ਹੈਗੀ ਆ ਗੁਰਮੁਖੀ, ਜਿਹੜੀ ਗੁਰੂਆਂ ਦੇ ਮੁਖ ਤੋਂ ਨਿਕਲੀ ਸੀਗੀ ਨਾ, ਉਹ ਅਸਲ 'ਚ ਪੰਜਾਬੀ ਕਹਿ ਸਕਦੇ ਆ, ਜਾਂ ਜਿਹੜੀ ਵੀ ਲੈਂਗੁਏਜ 'ਚ, ਜਿੱਦਾਂ ਹੁਣ ਕਿਹਾ ਜਾਂਦਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਸੀਗੇ, ਉਹਨਾਂ ਨੂੰ ਉੱਧਰ ਦੀ ਜਿਹੜੀ ਬਿਹਾਰ ਦੀ ਭਾਸ਼ਾ ਆ ਜਾਂ ਉਹ ਅਵਧੀ ਬੋਲਦੇ ਸੀ, ਇੱਦਾਂ ਸੀਗਾ ਉਹਨਾਂ ਦਾ, ਤੇ ਉਹਨਾਂ ਦੇ ਗੁਰਮੁਖ 'ਚੋਂ ਹੀ ਨਿਕਲੀ ਆ ਉਹ। ਅਵਧੀ ਤਾਂ ਉਹਨਾਂ ਦੇ ਮੁਖ 'ਚੋਂ ਹੀ ਨਿਕਲੀ ਆ, ਪਰ
ਉਹ ਹੁਣ ਸਕ੍ਰਿਪਟਡ ਕਿੱਦਾਂ ਹੋ ਰਹੀ ਆ, ਮੇਨ ਆ ਮਾਇਨੇ ਰੱਖਦਾ ਵਾ। ਆ ਮਾਇਨੇ ਨਹੀਂ ਰੱਖਦਾ ਕਿ ਅੱਜ ਕਿ ਜਿਹੜੀ ਉਹ ਲੈਂਗੁਏਜ ਜਾਂ ਜਿਹੜੀ ਉਹ ਐਕਸੈਂਟ ਯੂਜ਼ ਕਰ ਰਹੇ ਹੋ ਕਿਹੜਾ ਆ, ਕਿਉਂਕਿ ਹਰੇਕ ਦੇ ਟਾਈਮ ਦੇ ਨਾਲ ਜਾਂ ਕੁਝ ਮਾਈਲਸ ਜਦੋਂ ਤੁਸੀਂ ਚੱਲ ਜਾਂਦੇ ਆ ਜਿਹੜੀ ਐਕਸੈਂਟ ਹੈ ਉਹ ਚੇਂਜ ਹੁੰਦਾ ਵਾ। ਆ ਚੀਜ਼ ਸਮਝੋ, ਸਕ੍ਰਿਪਟ ਤੇ ਬੋਲੀ ਵਿੱਚ ਥੋੜਾ ਫਰਕ ਆ, ਠੀਕ ਆ। ਬਾਕੀ ਮੇਰੇ ਵੀਰੋ, ਮੈਂ ਅਗਲੀ ਵਾਰ ਹੁਣ ਤੁਹਾਨੂੰ ਦੱਸੂਗਾ 47 ਤੋਂ ਬਾਅਦ ਅਕਾਲੀਆਂ ਨੇ ਕੀ ਕੀਤਾ ਸੀਗਾ, ਕਿੱਦਾਂ ਉਹਨਾਂ ਨੇ ਕਿ ਜ਼ਬਰਦਸਤੀ ਕਿਹਾ ਕਿ ਨਹੀਂ ਤੁਹਾਨੂੰ ਆਹ ਚੀਜ਼ ਕਰਨੀ ਚਾਹੀਦੀ ਹੈ ਜਾਂ ਉਹ ਚੀਜ਼ ਕਰਨੀ ਚਾਹੀਦੀ ਹੈ, ਇਹਦੇ ਤੇ ਗੱਲ ਕਰਾਂਗੇ। ਪਰ ਕਿਸੇ ਵੀ ਚੀਜ਼ ਨੂੰ ਤੁਸੀਂ ਗਲਤ ਨਜ਼ਰੀਏ ਨਾਲ ਨਹੀਂ ਦੇਖਣਾ, ਠੰਡੇ ਦਿਮਾਗ ਨਾਲ ਸੋਚੋ ਕਿ ਕੀ ਸੀਗਾ, ਕੀ ਹੋਇਆ, ਕੀ ਨਹੀਂ ਹੋਇਆ। ਪੰਜਾਬੀ ਸਾਡੀ ਹਿੰਦੂਆਂ ਦੀ ਬੋਲੀ ਆ ਸਾਡੀ ਵਿਰਾਸਤ ਆ, ਆਹ ਸਾਡੀ ਪਛਾਣ ਆ ਜਿਹੜੀ ਅਸੀਂ ਬੋਲਦੇ ਹਾਂ ਜੇ, ਤੇ ਇਹਨੂੰ ਸਾਡਾ ਸਾਰੇ ਹਿੰਦੂਆਂ ਦਾ ਕਰਤੱਵ ਹੈਗਾ ਆ ਬਚਾਉਣਾ, ਤੇ ਇਹਨੂੰ ਸਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਜਾਣਾ ਵਾ। ਕਿਉਂਕਿ ਜਦੋਂ ਸਾਨੂੰ ਕਿਹਾ ਜਾਂਦਾ ਵਾ ਨਾ ਕਿ ਪੰਜਾਬੀ ਸਿਰਫ ਇੱਕ ਧਿਰ ਦੀ ਲੈਂਗੁਏਜ ਆ, ਅਸਲ 'ਚ ਉਹ ਝੂਠ ਬੋਲਦੇ ਪਏ ਆ। ਪੰਜਾਬੀ ਹਿੰਦੂਆਂ ਦੀ ਲੈਂਗੁਏਜ ਆ, ਪੰਜਾਬੀ 500-600 ਸਾਲ ਪਹਿਲਾਂ ਨਹੀਂ, ਉਹ ਤੋਂ ਪਹਿਲਾਂ ਦੀ ਹੀ ਬੋਲੀ ਜਾ ਰਹੀ ਆ। ਸਾਡੇ ਪੰਜਾਬ ਦੇ ਏਰੀਏ 'ਚ ਆ ਜਿਹੜਾ ਰੀਜਨ ਹੈਗਾ ਆ, ਇੱਥੇ ਬੋਲੀ ਜਾ ਰਹੀ ਆ। ਇੱਦਾਂ ਜਿਹੜੇ ਬਾਕੀ ਰੀਜਨ ਹੈਗੇ ਉਹਨਾਂ 'ਚ ਉਹਨਾਂ ਦੀਆਂ ਬੋਲੀਆਂ ਜਾ ਰਹੀਆਂ ਵਾ ਟਾਈਮ ਤੇ ਜੇ ਕਿਸੇ ਮੇਰੇ ਵੀਰ ਦਾ ਕੋਈ ਸਵਾਲ ਹੋਵੇ ਤਾਂ ਦੱਸਿਓ। ਬਾਕੀ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦਾ ਵਾ, 1931 ਵਿੱਚ ਮਾਸਟਰ ਤਾਰਾ ਸਿੰਘ ਨੇ ਵੀ ਇਹੀ ਗੱਲ ਕਹੀ ਸੀਗੀ। ਕਹਿੰਦੇ ਸੀਗੇ ਜਿਹੜੀ ਪੰਜਾਬੀ ਆ, ਮੁਸਲਮਾਨ ਜੇ ਲਿਖਣਾ ਚਾਹੁੰਦੇ ਆ ਉਹ ਆਪਣੀ ਸਕ੍ਰਿਪਟ ਵਿੱਚ ਲਿਖ ਲੈਣ, ਜਿਹੜੇ ਹਿੰਦੂ ਆ ਦੇਵਨਾਗਰੀ ਵਿੱਚ ਲਿਖ ਲੈਣ, ਤੇ ਜਿਹੜੇ ਸਿੱਖ ਆ ਉਹ ਗੁਰਮੁਖੀ ਵਿੱਚ ਲਿਖ ਲੈਣ, ਸਾਨੂੰ ਇਹਦੇ ਤੋਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਪਰ ਜਿੱਦਾਂ ਹੀ ਆਜ਼ਾਦੀ ਤੋਂ ਬਾਅਦ ਉਹਨਾਂ ਦੇ ਸੁਰ ਚੇਂਜ ਹੋ ਗਏ ਸੀ, ਪਰ 1931 'ਚੋਂ ਖੁਦ ਵਾਲੀ ਚੀਜ਼ ਮੰਨਦੇ ਸੀਗੇ। ਜੇ ਕਿਸੇ ਮੇਰੇ ਵੀਰ ਦਾ ਸਵਾਲ ਆ ਤਾਂ ਪਲੀਜ਼ ਮੈਨੂੰ ਪੁੱਛ ਲਓ ਇੱਥੇ ਹੀ, ਜਿਹੜੀਆਂ ਮੈਂ ਗੱਲਾਂ ਕਹੀਆਂ ਉਹਨਾਂ ਦੇ ਬਾਰੇ। ਪਰ ਜੇ ਨਹੀਂ ਹੈਗਾ ਤਾਂ ਫਿਰ ਅਸੀਂ ਅਗਲੀ ਵਾਰ ਗੱਲ ਕਰਾਂਗੇ। ਮੈਂ 1 ਮਿੰਟ ਵੇਟ ਕਰ ਲੈਂਦਾ ਆ, ਮੈਸੇਜ ਚੈੱਕ ਕਰ ਲੈਂਦਾ ਆ। ਹਾਂਜੀ, ਪੰਜਾਬ 'ਚ ਆਸ਼ੂਤੋਸ਼ ਠਾਕੁਰ ਲਿਖ ਰਹੇ ਵੀਰ, ਪੰਜਾਬ 'ਚ ਤਾਂ ਪੰਜਾਬੀ ਮਾਂ ਬੋਲੀ ਹੈ, ਪਰ ਚਲਣ ਵਿੱਚ ਇਸ ਦੇਸ਼ ਦੇ ਅੰਦਰ ਇੱਕੋ ਜਿਹੀ ਭਾਸ਼ਾ, ਰਾਸ਼ਟਰੀ ਭਾਸ਼ਾ ਹਿੰਦੀ ਹੀ ਹੋਣੀ ਚਾਹੀਦੀ ਆ। ਹਾਂਜੀ ਵੀਰੇ, ਆਲਮੋਸਟ ਜਿੰਨੇ ਵੀ ਈਵਨ ਕਿ ਜਿੱਦਾਂ ਸਾਡੇ ਉਹ ਸੀਗੇ ਕਿ ਆਪਣੇ ਅੰਬੇਡਕਰ ਜੀ ਨੇ ਵੀ ਕਿਹਾ ਸੀਗਾ, ਕਹਿੰਦੇ ਸੰਸਕ੍ਰਿਤ ਨੂੰ ਕਰ ਦਿਓ, ਜੇ ਸੰਸਕ੍ਰਿਤ ਨਹੀਂ ਕਿਉਂਕਿ ਥੋੜੇ ਟਾਈਮ ਬਾਅਦ ਸੰਸਕ੍ਰਿਤ ਨੂੰ ਲੈ ਕੇ ਜ਼ਰੂਰ ਆਈਓ, ਕਿਉਂਕਿ ਇੱਕ ਲਿੰਕਿੰਗ ਲੈਂਗੁਏਜ ਬਣ ਸਕਦੀ ਆ, ਸਾਰਿਆਂ ਨੂੰ ਇਹਦੇ ਨਾਲ ਹੋਣਾ ਚਾਹੀਦਾ ਵਾ। ਪਰ ਸਾਡੇ ਲੋਕਾਂ ਨੇ ਆਹ ਚੀਜ਼ ਪਛਾਣੀ ਨਹੀਂ। ਤੇ ਵੰਸ਼ਕ ਅਹੂਜਾ ਕਹਿ ਰਿਹਾ, ਮਦਰ ਤਰੀਕਾ ਗੰਧਾਰ ਕੇ ਕਈ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਦੇ ਨਾਮ ਨੇ, ਪਰ ਪੂਰਾ ਹਾਂਜੀ ਵੀਰੇ, ਉਹ ਪ੍ਰੋਪਰ ਸਪਤ ਸਿੰਧੂ ਦਾ ਹੀ ਪਾਰਟ ਸੀਗਾ। ਸ਼੍ਰੀਵਮ ਸ਼ਰਮਾ ਕਹਿ ਰਹੇ ਆ, ਐਗਰੀ ਵਿਦ ਯੂ ਬ੍ਰਦਰ। ਹਾਂਜੀ ਵੀਰੇ, ਥੈਂਕ ਯੂ। ਤੇ ਵੰਸ਼ਕ ਅਹੂਜਾ ਦਾ ਫਿਰ ਮੈਸੇਜ ਆਇਆ ਵਾ, ਪੰਜਾਬੀ ਨਾਥਾਂ ਦੀ ਬੋਲੀ ਹੈ ਸਿੱਖ ਗੁਰੂਆਂ। ਹਾਂਜੀ, ਜਿਹੜੀ ਹੈਗੀ ਆ ਪਹਿਲੇ ਦੀ ਬੋਲੀ ਬਹੁਤ ਪੁਰਾਣੀ ਆ, ਬੋਲੀ ਬਹੁਤ ਜ਼ਿਆਦਾ ਪੁਰਾਣੀ ਆ, ਧਿਆਨ 'ਚ ਰੱਖਿਓ। ਪਰ ਜਦੋਂ ਅੱਗੇ ਤੋਂ ਅੱਗੇ ਟੁੱਟਦੀ ਜਾਂਦੀ ਆ ਤਾਂ ਭਾਸ਼ਾ ਹਰ ਥੋੜੇ ਟਾਈਮ ਬਾਅਦ ਆਪਣਾ ਰੂਪ ਚੇਂਜ ਕਰਦੀ ਆ, ਵੀ ਧਿਆਨ 'ਚ ਰੱਖਿਓ। ਇੱਕ ਵੀਰ ਨੇ ਕੀਤਾ ਵਾ, ਸ਼੍ਰੀਮਮ ਸ਼ਰਮਾ ਨੇ, ਪੰਜਾਬ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ। ਵੀਰੇ ਜਿਹੜੀ ਸੰਸਕ੍ਰਿਤ ਹੈਗੀ ਆ ਬਹੁਤ ਪੁਰਾਣੀ ਹੈਗੀ ਆ, ਜਿਹੜੀ ਕਿ ਲਿਖਤ ਵਿੱਚ ਦੇਵਨਾਗਰੀ ਆਉਂਦੀ ਆ। ਪਰ ਉਦਾਂ ਜਦੋਂ ਅਸੀਂ ਗੱਲ ਕਰਦੇ ਆ, ਤੁਸੀਂ ਜੇ ਦੇਖੋਗੇ ਨਾ, ਸੰਸਕ੍ਰਿਤ ਜਿਹੜੀ ਵੇਦਾਂ ਦੀ ਸੰਸਕ੍ਰਿਤ ਆ ਨਾ, ਉਹ ਰਾਮਾਇਣ ਦੀ ਸੰਸਕ੍ਰਿਤ ਤੋਂ ਬਿਲਕੁਲ ਅਲੱਗ ਆ, ਤੇ ਜਿਹੜੀ ਰਾਮਾਇਣ ਦੀ ਸੰਸਕ੍ਰਿਤ ਆ ਨਾ, ਉਹ ਮਹਾਭਾਰਤ ਦੀ ਸੰਸਕ੍ਰਿਤ ਤੋਂ ਬਿਲਕੁਲ ਅਲੱਗ ਆ। ਜਿਹੜੀ ਆ ਨਾ ਇੱਕ ਬਦਲਾਅ ਆਉਂਦਾ ਹੀ ਰਹਿੰਦਾ ਵਾ ਸਮੇਂ ਦੇ ਨਾਲ, ਵਰਡਸ ਆਉਂਦੇ ਰਹਿੰਦੇ ਆ, ਵਰਡਸ ਵਿੱਚੋਂ ਦੀ ਜਾਂਦੇ ਰਹਿੰਦੇ ਆ। ਤਾਂ ਇਸ ਚੀਜ਼ ਤੇ ਤੁਸੀਂ ਜ਼ਿਆਦਾ ਉਹ ਨਾ, ਕਿਉਂਕਿ ਜਿਹੜਾ ਨਾ ਇੱਕ ਅਪਭ੍ਰੰਸ਼ ਕਹਿੰਦੇ ਆ ਅਸੀਂ, ਜਿੱਦਾਂ ਜਿਹੜੀ ਹੁਣ ਹਿੰਦੀ ਆ, ਉਹ ਜਿਹੜੀਆਂ ਸਾਡੀਆਂ ਸੰਸਕ੍ਰਿਤ ਤੋਂ ਅੱਗੇ ਕੋਈ ਭਾਸ਼ਾ ਆਈ ਹੋਊਗੀ, ਉਹਦੇ ਤੋਂ ਅੱਗੇ ਕੋਈ ਭਾਸ਼ਾ ਆਈ ਹੋਊਗੀ, ਇੱਦਾਂ ਫਿਰ ਉਹਦੇ ਤੋਂ ਅੱਗੇ ਹਿੰਦੀ ਆ ਗਈ, ਤੇ ਹਿੰਦੀ ਦਾ ਅੱਗੇ ਅਪਭ੍ਰੰਸ਼ ਜਿਹੜਾ ਬੋਲਣ ਵਿੱਚ ਆ ਗਿਆ ਆਪਣੇ ਤਰੀਕੇ ਨਾਲ। ਜਿਹੜੇ ਹਰਿਆਣੇ ਵਾਲੇ ਉਹਨਾਂ ਨੇ ਆਪਣੇ ਤਰੀਕੇ ਨਾਲ ਬੋਲਣੀ ਸ਼ੁਰੂ ਕਰਤੀ, ਜਿਹੜੇ ਅਸੀਂ ਪੰਜਾਬੀ ਆ, ਜਿਹਨੂੰ ਅਸੀਂ ਪੰਜਾਬੀ ਕਹਿੰਦੇ, ਉਹਨਾਂ ਨੇ ਉਹ ਆਪਣੇ ਤਰੀਕੇ ਨਾਲ ਬੋਲਣੀ ਸ਼ੁਰੂ ਕਰਤੀ। ਤੇ ਇੱਦਾਂ ਹੀ ਜਿਹੜੇ ਭੋਜਪੁਰ ਵਾਲੇ ਹੈਗੇ ਆ, ਅਸਲ 'ਚ ਜਿਹਨੂੰ ਅਸੀਂ ਭੋਜਪੁਰੀ ਬੋਲੀ ਆ ਉਹ, ਪਰ ਉਹ ਆਂਦੀ ਅੱਜ ਦਾ ਹਿੰਦੀ ਆ ਦੇਵਨਾਗਰੀ ਦੇ ਅੰਡਰ ਹੀ ਆ, ਕਿ ਉਹ ਆਪਣੇ ਤਰੀਕੇ ਨਾਲ ਬੋਲਦੇ ਆ। ਇੱਕ ਬੋਲਣ ਦਾ ਤਰੀਕਾ ਆ, ਜਿਹੜੇ ਰਾਜਸਥਾਨ ਵਿੱਚ ਰਾਜਸਥਾਨੀ ਭਾਸ਼ਾ ਹੀ ਜਿਹੜੀ ਹੈਗੀ ਆ, ਉਹਦੇ ਐਕਸੈਂਟ ਹੀ 50 ਤਰ੍ਹਾਂ ਦੇ ਹੋਣੇ ਆ, ਹਰ ਕੋਈ ਆਪਣੇ ਤਰੀਕੇ ਨਾਲ ਬੋਲਦਾ, ਉਹਨਾਂ ਦੇ ਈਵਨ ਕਿ ਵਰਡਸ ਵੀ ਆਪਣੇ ਆ, ਉਹਨਾਂ ਦੀਆਂ ਗਾਲਾਂ ਆਪਣੀਆਂ ਹੈਗੀਆਂ ਵਾ, ਈਵਨ ਕਿ ਹਰ ਇੱਕ ਕਿਸੇ ਦਾ ਇੱਕ ਆਪਣਾ ਤਰੀਕਾ ਵਾ ਬੋਲਣ ਦਾ। ਤਾਂ ਜਿਹੜੀ ਇੱਕ ਨਾ ਬਦਲਾਅ ਇੱਕ ਆਉਂਦਾ ਹੀ ਹੈਗਾ, ਉਹ ਹਰ ਚੀਜ਼ 'ਚ ਆਉਂਦਾ ਵਾ। ਆਹੀ ਸਾਡੇ ਇੱਕ ਕੁਦਰਤ ਦਾ ਨਿਯਮ ਆ ਕਿ ਜਿਹੜਾ ਬਦਲਾਅ ਕੁਦਰਤ ਦਾ ਨਿਯਮ ਹੈਗਾ ਵਾ, ਉਹ ਹਰ ਇੱਕ ਚੀਜ਼ 'ਚ ਹੋਣਾ ਹੀ ਹੋਣਾ ਆ। ਤੇ
ਜਿੱਦਾਂ ਜਿੱਦਾਂ ਸਾਡੇ ਇਨਵੇਡਰਸ ਆਉਂਦੇ ਗਏ ਉਹਨਾਂ ਨੇ ਵਿੱਚ ਇੰਟਰੋਡਿਊਸ ਕਰਾਉਂਦੀਆਂ ਕੀਤੀਆਂ ਚੀਜ਼ਾਂ, ਜਾਂ ਉਹਨਾਂ ਤੋਂ ਬਾਅਦ ਜਿੱਦਾਂ ਹੁਣ ਜਿੱਦਾਂ ਸਾਡਾ ਬੁੱਧ ਧਰਮ ਆਇਆ ਸੀਗਾ, ਉਹਨੇ ਕੁਝ ਚੀਜ਼ਾਂ ਇੰਟਰੋਡਿਊਸ ਕਰਤੀਆਂ, ਜਾਂ ਕੋਈ ਇਦਾਂ ਦੇ ਕਵੀ ਆਉਂਦੇ ਆ। ਹੁਣ ਇੰਗਲਿਸ਼ ਵਿੱਚ ਜਿਹੜਾ ਸ਼ੇਕਸਪੀਅਰ ਆ, ਉਹਨਾਂ ਨੇ ਕਹਿੰਦੇ 1700 ਵਰਡ ਇੰਗਲਿਸ਼ 'ਚ ਇੰਟਰੋਡਿਊਸ ਕੀਤੇ ਸੀਗੇ। ਪਰ ਹੁਣ ਜਿਹੜੀ ਇੰਗਲਿਸ਼ ਭਾਸ਼ਾ ਹੈਗੀ ਆ, ਉਹ ਉਹਦੇ 'ਚ ਲੈਟਿਨ ਦੇ ਬਹੁਤ ਜ਼ਿਆਦਾ ਸ਼ਬਦ ਆ, ਈਵਨ ਕਿ ਇਦਾਂ ਦੇਖਿਆ ਜਾਵੇ ਤਾਂ ਆਂਦੀ ਲੈਟਿਨ ਤੋਂ ਆ। ਤੇ ਇਦਾਂ ਬਦਲਾਅ ਹੁੰਦਾ ਰਹਿੰਦਾ ਆ ਭਾਸ਼ਾ 'ਚ। ਤੁਸੀਂ ਇਸ ਚੀਜ਼ ਦੇ ਨਾਲ ਸੋਚੋ ਕਿ ਜਿਹੜੀ ਅਸੀਂ ਪੁਰਾਣੀ ਸਾਡੀ ਜਿਹੜੀ ਸਭ ਤੋਂ ਜ਼ਿਆਦਾ ਸੀਗੀ, ਉਹਦੇ ਨਾਲ ਹੀ ਅਸੀਂ ਜਾਣਾ ਵਾ। ਉਹ ਸਿੱਖੋ ਜੇ ਸਿੱਖਣਾ ਚਾਹੁੰਦੇ ਆ ਤੁਸੀਂ, ਇਹਦੇ 'ਚ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਪਰ ਜੋ ਅੱਜ ਚੱਲਦਾ ਪਿਆ ਵਾ, ਉਹਦੇ ਤੇ ਸਾਨੂੰ ਕੰਸਨਟਰੇਟ ਕਰਨ ਦੀ ਲੋੜ ਆ, ਜਿਹੜੀ ਸਾਡੀ ਕਿ ਇਸ ਵਕਤ ਮੂਲ ਭਾਸ਼ਾ ਹੈਗੀ, ਜਿਹਦੇ ਤੋਂ ਸਾਡੀ ਪਛਾਣ ਹੁੰਦੀ ਆ। ਸਾਡੀ ਪਛਾਣ ਪੰਜਾਬੀ ਭਾਸ਼ਾ ਤੋਂ ਆ, ਤਾਂ ਸਾਨੂੰ ਪੰਜਾਬੀ ਭਾਸ਼ਾ ਦਾ ਮਾਣ ਸਤਿਕਾਰ ਵਧਾਉਣਾ ਚਾਹੀਦਾ ਆ, ਜ਼ਰੂਰ ਵਧਾਉਣਾ ਚਾਹੀਦਾ ਵਾ। ਬਸ ਜਿਹੜੀ ਸਕ੍ਰਿਪਟ ਦੀ ਹੈਗੀ ਆ, ਇੱਥੇ ਜਿਹੜੀ ਰੌਲਾ ਪਿਆ ਸੀ ਸਕ੍ਰਿਪਟ ਦਾ ਪਿਆ ਸੀਗਾ, ਬੋਲੀ ਦਾ ਨਹੀਂ ਪਿਆ ਸੀਗਾ। ਪੰਜਾਬੀ ਸਾਰੇ ਹੀ ਜਿੰਨੇ ਵੀ ਹਿੰਦੂ ਹੈਗੇ ਆ, ਉਹ ਸਾਰੇ ਹੀ ਪੰਜਾਬੀ ਬੋਲਦੇ ਆ।